ਫੈਸਲਾਬਾਦ ਦੇ ਵਿੱਚ ਡੀਸੀ ਵਾਲੀ ਮੀਟਿੰਗ ਤੋਂ ਬਾਅਦ ਇੱਕ ਹਲਚਲ ਜੀ ਪਈ ਹੋਈ ਸੀ। ਮੇਰੀ ਸਰ ਉਹਨਾਂ ਨਾਲ ਕੋਈ ਲੜਾਈ ਨਹੀਂ, ਨਾ ਮੈਂ ਉਹਨਾਂ ਨਾਲ ਲੜਾਈ ਪਾਈ ਹੈ। शेख एजाज साहब का बयान आया कि मैंने अपने इर्द गिर्द ऐसे अनगिनत गरीब देखे जिनके पास दौलत के अलावा कुछ नहीं। ਤੇ ਸ਼ੇਖ ਯੂਸਫ ਸਾਹਿਬ ਆਪਣੇ ਨਾਲ ਮੌਜੂਦ ਆ। ਇਹਨਾਂ ਕੋ ਪੁੱਛ ਲੈਨੇ ਆ ਕਿ ਕਿੰਨੇ ਪੈਸੇ ਦੇ ਕੇ ਇਹਨਾਂ ਨੇ ਟਿਕਟ ਖਰੀਦਿਆ ਸੀ। ਅੱਜ ਅਗਰ ਮੈਂ ਜਵਾਬ ਦੇਣ ਬੈਠਾ ਔਰ ਇਹ ਸਿਰਫ ਇੱਕ ਵਜ੍ਹਾ ਕਿ ਮੇਰੀ ਲੀਡਰਸ਼ਿਪ ਦੇ ਉੱਪਰ ਇਹਨੇ ਸਵਾਲ ਉਠਾਇਆ। ਜਦੋਂ ਐਫਡੀਏ ਦੇ ਚੇਅਰਮੈਨ ਸੀ ਸ਼ੇਖ एजाज ਸਾਹਿਬ, ਉਦੋਂ ਜ਼ਾਹਰੀ ਬਾਤ ਹੈ ਤੁਸੀਂ ਵੀ ਕਾਨੂੰਨੀਆਂ ਦੀ ਮੈਨੂੰ ਪਤਾ ਲੱਗਾ ਕਿ ਅਪਰੂਵਲ ਸ਼ੁਰੂ ਕਰਾਈ ਹੈ। ਨਾ ਪਹਿਲੇ ਡੀਡੀਸੀ ਦੇ ਮੈਂਬਰ ਸੀ, ਨਾ ਹੁਣ ਡੀਡੀਸੀ ਦੇ ਮੈਂਬਰ। ਅੱਛਾ, ਮੈਂਬਰ ਹੈ ਹੀ ਨਹੀਂ ਸੀ? ਨਹੀਂ ਸਰ। ਕਿਹੜੀ ਐਸੀ ਗਿੱਦੜ ਸਿੰਘੀ ਸੀ ਜਿਹਦੇ ਨਾਲ ਟਿਕਟ ਤੁਹਾਨੂੰ ਮਿਲ ਗਈ ਤੇ ਕੋ ਖੋਈ ਗਈ? ਮੈਂ ਸ਼ੇਖ ਅਜਾਜ਼ ਸਾਹਿਬ ਨਾਲ ਗੱਲ ਕੀਤੀ। ਮੈਂ ਕਿਹਾ ਸ਼ੇਖ ਸਾਹਿਬ ਤੁਹਾਡਾ ਭਾਂਜਾ ਮੇਰੇ ਨਾਲ ਆ ਕਰ ਰਿਹਾ ਸਾਲ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ ਆਪਣੇ ਸਿਟੀ ਸਦਰ ਦੇ ਉੱਪਰ ਕਿ ਉਹਨੇ ਪੀਟੀਆਈ ਦੀ ਸਪੋਰਟ ਕੀਤੀ ਹੈ। ਮੈਂ अस्सलाम वालेकुम। अच्छा जी, फैसलाबाद ਦੇ ਵਿੱਚ ਡੀਸੀ ਵਾਲੀ ਮੀਟਿੰਗ ਤੋਂ ਬਾਅਦ ਇੱਕ ਹਲਚਲ ਜੀ ਪਈ ਹੋਈ ਸੀ। ਸ਼ੇਖ एजाज ਸਾਹਿਬ ਦਾ ਬਿਆਨ ਆਇਆ ਕਿ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ ਨਾ, ਯਾਨੀ ਕਿ ਜਿਹੜੇ ਉੱਤੇ ਬੈਠੇ ਹੋਏ ਬੰਦੇ ਆ ਉਹ ਮਾਲ ਲੈ ਕੇ ਟਿਕਟਾਂ ਦੇ ਰਹੇ ਆ। ਉਹਨਾਂ ਦਾ ਸਿੱਧਾ ਜਿਹੜਾ ਇਸ਼ਾਰਾ ਸੀ ਨਾ, ਉਹ ਸੀ ਸ਼ੇਖ ਯੂਸਫ ਵਾਲੇ ਪਾਸੇ। ਤੇ ਸ਼ੇਖ ਯੂਸਫ ਸਾਹਿਬ ਆਪਣੇ ਨਾਲ ਮੌਜੂਦ ਆ। ਇਹਨਾਂ ਕੋ ਪੁੱਛ ਲੈਨੇ ਆ ਕਿ ਕਿੰਨੇ ਪੈਸੇ ਦੇ ਕੇ ਇਹਨਾਂ ਨੇ ਟਿਕਟ ਖਰੀਦਿਆ ਸੀ। अस्सलाम वालेकुम जी। ਵਾਲੇਕੁਮ ਅਸਲਾਮ। ਸ਼ੇਖ ਸਾਹਿਬ, ਤੁਹਾਡੇ ਕੋਲ ਪੈਸੇ ਤਾਂ ਵਾਹ ਸਾਨੂੰ ਵੀ ਪਤਾ, ਕਿੰਨੇ ਪੈਸੇ ਦੇ ਕੇ ਟਿਕਟ ਲਿਆ ਸੀਗਾ? ਇਹ ਸਭ ਪਹਿਲੇ ਤਾਂ ਸ਼ੁਕਰੀਆ ਜੀ ਕਿ ਤੁਸੀਂ ਮੌਕਾ ਦਿੱਤਾ ਮੈਨੂੰ ਆਪਣੀ ਗੱਲ ਅੱਗੇ ਕਰਨ ਦਾ, ਆਵਾਜ਼ ਅੱਗੇ ਪਹੁੰਚਾਉਣ ਦਾ, ਸੱਚਾਈ ਅੱਗੇ ਆਵਾਮ ਦੇ ਸੱਚ ਪਹੁੰਚਣਾ ਵੀ ਚਾਹੀਦਾ ਜੀ। ਬਿਲਕੁਲ। ਪਹਿਲੇ ਤਾਂ ਮੈਂ ਸ਼ੇਖ एजाज ਸਾਹਿਬ ਨਾਲ ਇਹ ਸਵਾਲ ਕਰਦਾ ਕਿ ਜੀ 3 ਦਫਾ ਇਹਨਾਂ ਨੂੰ ਟਿਕਟ ਮਿਲੀ। ਪਹਿਲੇ PP 72 ਚੋਂ, ਫਿਰ PP 68 ਚੋਂ 2 ਦਫਾ ਮਿਲੀ, 1 ਦਫਾ ਜਿੱਤੇ ਹਾਰੇ। 3 ਦਫਾ ਇਹਨਾਂ ਨੇ ਕਿੰਨੇ ਪੈਸੇ ਦਿੱਤੇ ਨੇ ਲੀਡਰਸ਼ਿਪ ਨੂੰ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਠੀਕ ਹੈ ਜੀ। ਸੈਕੰਡ ਇਹ ਆ ਕਿ ਇਸ ਗੱਲ ਤੇ ਮੈਂ ਹਲਫਨ ਗੱਲ ਕਰਦਾ ਕਿ ਮੇਰੀ ਲੀਡਰਸ਼ਿਪ 'ਚ ਐਸੀ ਕੋਈ ਗੱਲ ਹੈ ਹੀ ਨਹੀਂ। ਨਾ ਕਦੀ ਉਹ ਸੋਚ ਸਕਦੇ ਨੇ ਐਡੇ ਵੱਡੇ ਲੀਡਰ, ਐਡੇ ਕਾਦਾਵਰ, ਬਿਲੀਅਨ ਟ੍ਰਿਲੀਅਨ ਈਅਰ ਜਿਨ੍ਹਾਂ ਦਾ ਜਿਹੜੇ ਪੈਦਾਇਸ਼ੀ ਨੇ। ਤੇ ਇਹ ਇੰਤਹਾਈ ਅਫਸੋਸ ਵਾਲੀ ਗੱਲ ਹੈ ਕਿ ਜੀ ਮੀਆਂ ਨਵਾਜ਼ ਸ਼ਰੀਫ ਸਾਹਿਬ ਤੇ ਜਾਂ ਰਾਣਾ ਸਨਾਉल्ला ਸਾਹਿਬ ਪੰਜਾਬ ਦੇ ਸਦਰ ਨੇ, ਉਹਨਾਂ ਦੀ ਮੁਆਵਨਤ ਖਾਸ ਕਰ ਫੈਸਲਾਬਾਦ ਦੀ ਟਿਕਟਾਂ 'ਚ, ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਫੈਸਲੇ ਉਹਨਾਂ ਨੇ ਸਾਰੇ ਪਾਕਿਸਤਾਨ ਦੀਆਂ ਟਿਕਟਾਂ ਇਸ਼ੂ ਕਰਦੇ ਨੇ। ਤੇ ਇਹਨਾਂ ਨੇ ਜਿਹੜਾ ਇਲਜ਼ਾਮ ਲਗਾਇਆ ਇਹ ਬਾਇਸੇ ਸ਼ਰਮ ਆ। ਔਰ ਮੈਂ ਸਮਝਦਾ ਕਿ ਸ਼ੇਖ एजाज ਸਾਹਿਬ, ਮੈਨੂੰ ਤਾਂ ਮਹਿਸੂਸ ਹੋ ਰਿਹਾ ਸੀ ਕਿ ਮੁਸਲਿਮ ਲੀਗ ਨੂਨ ਸਿਟੀ ਦਾ ਸਦਰ ਨਹੀਂ ਹੈ, PTI ਦੇ ਸਿਟੀ ਦਾ ਸਦਰ ਮਹਿਸੂਸ ਹੋ ਰਿਹਾ ਸੀ। ਕਿਉਂਕਿ ਇੰਜ ਦੀ ਜਿਹੜੀ ਗਲੀਜ਼ ਜ਼ਬਾਨ PTI ਦੇ ਲੋਕ ਤੇ ਬੋਲਦੇ ਨੇ ਸਾਡੀ ਲੀਡਰਸ਼ਿਪ ਦੇ ਬਾਰੇ 'ਚ, ਲੇਕਿਨ ਇੱਕ ਜ਼ਿੰਮੇਦਾਰ ਬੰਦਾ ਉਹਦੇ ਤੇ ਬੈਠ ਕੇ ਐਸੀ ਜ਼ੁਬਾਨ ਬੋਲੇ, ਸ਼ੇਖ ਸਾਹਿਬ ਬਿਲਕੁਲ ਨਾਕਾਬਲੇ ਬਰਦਾਸ਼ਤ। ਤੁਹਾਡੇ ਵੀ ਉਹ ਸਦਰ ਨੇ, ਠੀਕ ਹੈ, ਤੁਸੀਂ ਤਵੱਕੋ ਕਰ ਰਹੇ ਸੀਗੇ ਕਿਉਂਕਿ ਉਹਨਾਂ ਨੇ ਟਾਰਗੇਟ ਸਿਰਫ ਤੁਹਾਡੇ ਹਲਕੇ ਨੂੰ ਕੀਤਾ। ਇਹਦੀ ਇੱਕ ਤਾਂ ਵਜ੍ਹਾ ਸਾਨੂੰ ਦੱਸੋ ਕਿ ਬਾਕੀ ਵੀ ਤਾਂ ਜ਼ਾਹਰੀ ਬਾਤ ਹੈ ਫੈਸਲਾਬਾਦ ਦੇ ਵਿੱਚ 20-22 ਜਿਹੜੀਆਂ ਵਾ ਸੂਬਾਈ ਅਸੈਂਬਲੀ ਦੀਆਂ ਸੀਟਾਂ ਨੇ, ਉੱਥੇ ਟਾਰਗੇਟ ਨਹੀਂ ਕੀਤਾ ਗਿਆ ਕਿ ਉੱਥੇ ਟਿਕਟ ਵਿਕੀ ਹੈ। ਤੁਹਾਡੀ ਕਿਉਂ ਟਿਕਟ ਦਾ ਜ਼ਿਕਰ ਹੋਇਆ? ਮੇਰੀ ਟਿਕਟ ਦਾ ਜ਼ਿਕਰ ਇਸ ਲਈ ਕਿ ਉਹਨਾਂ ਦੀ ਉਹ PP 72 ਤੋਂ ਇੱਥੇ ਆਇਆ ਸੀ ਜੀ। 2008 'ਚ ਇਹਨਾਂ ਨੇ ਇੱਧਰ ਕੋਸ਼ਿਸ਼ ਸ਼ੁਰੂ ਕੀਤੀ ਟਿਕਟ ਲਿਆਉਣ ਦੀ। 2008 'ਚ ਪਹਿਲੇ ਮੈਨੂੰ ਟਿਕਟ ਮਿਲੀ PP 68 ਦੀ MP। 2008 ਦੇ ਵਿੱਚ ਤੁਹਾਨੂੰ ਮਿਲੀ ਸੀ ਜੀ? ਮੇਰੇ ਕੋਲ ਟਿਕਟ ਵੀ ਮੌਜੂਦ ਹੈ, ਮੈਂ ਤੁਹਾਨੂੰ WhatsApp ਕਰ ਦੇਵਾਂਗਾ। ਅੱਛਾ ਜੀ। ਉਹ ਤੁਸੀਂ ਆਪਣਾ ਲਗਾ ਸਕਦੇ ਜੀ। ਠੀਕ ਹੈ, ਫਿਰ ਮੇਰੀ ਜਗ੍ਹਾ ਤੇ ਫਿਰ ਸ਼ਫੀਕ ਗੁੱਜਰ ਸਾਹਿਬ ਨੂੰ ਟਿਕਟ ਮਿਲ ਗਈ। ਠੀਕ ਹੈ। 2013 'ਚ ਮੈਨੂੰ ਟਿਕਟ ਮਿਲੀ, ਫਿਰ ਉਹ ਮੇਰੀ ਬਦਲ ਕੇ ਸ਼ੇਖ एजाज ਸਾਹਿਬ ਨੂੰ ਟਿਕਟ ਮਿਲ ਗਈ, ਤੇ ਉਧਰ PP 72 'ਚ ਖਵਾਜਾ ਸਾਹਿਬ ਨੂੰ ਮਿਲ ਗਈ। ਤੇ ਇਹ ਫਿਰ ਉਸ ਤੋਂ ਬਾਅਦ ਆਏ ਨੇ ਫਿਰ ਇੱਧਰ। ਨਹੀਂ, ਇੱਥੇ ਮੈਂ ਤੁਹਾਡੀ ਗੱਲ ਕਰਦਾ, ਜਦੋਂ ਤੁਹਾਡੀ ਟਿਕਟ ਲੈ ਕੇ ਸ਼ੇਖ एजाज ਸਾਹਿਬ ਨੂੰ ਦਿੱਤੀ ਸੀ, ਤੁਸੀਂ ਕੋਈ ਗੱਲ ਆ ਕੇ ਕੀਤੀ ਸੀ ਕਿ ਇਹਨਾਂ ਨੇ ਪੈਸੇ ਦੇ ਕੇ ਲਈ ਹੈ ਜਾਂ ਇਹਨਾਂ ਨੇ ਕਿੱਦਾਂ ਟਿਕਟ ਲਈ ਹੈ? ਨਹੀਂ, ਕਤਨ ਮੈਨੂੰ ਜ਼ਰੂਰਤ ਹੀ ਕੋਈ ਨਹੀਂ, ਕਿਉਂਕਿ ਮੈਨੂੰ ਪਤਾ ਹੈ, ਕਿਉਂਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਮੇਰੇ ਕਾਇਦ ਵੀ ਹੈ, ਮੇਰੇ ਲੀਡਰ ਵੀ ਹੈ। ਔਰ ਮੈਂ ਬਰਮਲਾ ਕਹਿੰਦਾ, ਜਿਸ ਤਰ੍ਹਾਂ ਮੈਂ ਆਪਣੇ ਬਾਪ ਦੀ ਇੱਜ਼ਤ ਕਰਦਾ, ਇਸ ਤਰ੍ਹਾਂ ਹੀ ਮੈਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੀ ਇੱਜ਼ਤ ਕਰਦਾ। ਤੇ ਫਿਰ ਹੁਣ ਆ ਕੇ ਕੀ ਇਹ ਮਸਲਾ ਹੋਇਆ ਕਿ ਜਦੋਂ ਕਹ ਲੋਗੇ ਨਾ ਮੁਰਦਾ ਵਾ, ਮਰ ਗਿਆ ਵਾ, ਸਾਰਾ ਕੁਝ ਹੋ ਗਿਆ, ਉਹਨਾਂ ਨੂੰ ਖਾੜਾਂ ਦੀ ਲੋੜ ਕਿਹੜੀ ਪੈ ਗਈ ਹੁਣ ਇੱਕਦਮ? ਕੀ ਹੋਇਆ? ਇਲੈਕਸ਼ਨ ਵੀ ਸਿਰ ਤੇ ਨਹੀਂ ਹੈ। ਹਾਂਜੀ, ਬਸ ਉਹ ਫਰਸਟ੍ਰੇਸ਼ਨ 2 ਸਾਲ ਤੋਂ ਕਰ ਰਹੇ ਸੀ। ਮੇਰੀ ਜ਼ਾਤ ਦੀ ਹੱਦ ਤੱਕ ਉਹ ਮੇਰੇ ਤੇ ਬੜਾ ਕਰਦੇ ਰਹਿੰਦੇ ਸੀ ਗੱਲਾਂ। ਅੱਜ ਤੱਕ ਮੈਂ ਜਵਾਬ ਨਹੀਂ ਦਿੱਤਾ। ਅੱਜ ਅਗਰ ਮੈਂ ਜਵਾਬ ਦੇਣ ਬੈਠਾ ਔਰ ਇਹ ਸਿਰਫ ਇੱਕ ਵਜ੍ਹਾ ਕਿ ਮੇਰੀ ਲੀਡਰਸ਼ਿਪ ਦੇ ਉੱਪਰ ਇਹਨੇ ਸਵਾਲ ਉਠਾਇਆ, ਉਹ ਕਿਸੇ ਵੀ ਕੀਮਤ ਤੇ ਸਾਨੂੰ ਕਬੂਲ ਨਹੀਂ ਹੈ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਤੇ ਰਾਣਾ ਸਨਾਉल्ला ਸਾਹਿਬ ਤੇ ਜਿਨ੍ਹਾਂ ਨੇ ਜਿਹੜੇ ਫੈਸਲੇ ਕਰਦੇ ਨੇ ਟਿਕਟਾਂ ਦੇ, ਉਹਨਾਂ ਦੇ ਉੱਪਰ ਇਹ ਸਵਾਲ ਉਠਾਵੇ ਕਿ ਜੀ ਚਮਕ ਦੇਖ ਕੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ। ਇਹ ਬਿਲਕੁਲ ਅਸੀਂ
ਇਹਦਾ ਇਤਜਾਜ ਵੀ ਰਿਕਾਰਡ ਕਰਾਨਾ ਔਰ ਮੈਂ ਰਿਕੁਐਸਟ ਵੀ ਕਰਾਂਗਾ ਰਾਣਾ ਸਨਾਉਲਾ ਸਾਹਿਬ ਨਾਲ ਲੀਡਰਸ਼ਿਪ ਨਾਲ ਕਿ ਇਸ ਚੀਜ਼ ਇਹਦੇ ਇਲਜ਼ਾਮ ਦਾ ਕੋਈ ਸਵਾਲ ਦਾ ਜਵਾਬ ਲਿਆ ਜਾਏ। ਜੀ ਸ਼ੇਖ ਸਾਹਿਬ ਇਹ ਦੱਸੋ, ਉਹਨਾਂ ਦੀ ਸਭ ਤੋਂ ਪਹਿਲੀ ਗੱਲ ਇਹ ਸੀ ਕਿ ਸਾਡੇ ਹਲਕੇ ਦੇ ਵਿੱਚ ਇੱਕ ਐਸੇ ਬੰਦੇ ਨੂੰ ਟਿਕਟ ਦੇ ਦਿੱਤਾ ਜਿਹੜਾ ਨਾਨ ਪੋਲੀਟੀਕਲ ਸਟਾਫ ਹੈਗਾ। ਸਾਨੂੰ ਤਾਂ ਇਸ ਗੱਲ ਦੀ ਪਹਿਲੇ ਸਮਝਾਓ ਨਾ ਕਿ ਤੁਸੀਂ ਨਾਨ ਪੋਲੀਟੀਕਲ ਸਟਾਫ ਹੁੰਦਾ ਕੀ ਹੈ, ਲਫ਼ਜ਼ ਕੀ ਹੈ? ਸਟੱਫ ਮੀਨ ਸ਼ਾਇਦ ਉਹਨਾਂ ਨੇ ਕਿਹਾ ਜੀ ਪੋਲੀਟੀਕਲ ਫੈਮਿਲੀ ਨਹੀਂ ਹੈ ਤੇ ਅੱਛਾ। ਉਹਦੇ ਚ ਮੈਂ ਬੜਾ ਕਲੀਅਰਲੀ ਦੱਸ ਦਿੰਦਾ ਜੀ ਤੁਹਾਨੂੰ ਕਿ 1965 ਚ ਮੇਰੇ ਵਾਲਦ ਸਾਹਿਬ ਮੁਸਲਿਮ ਲੀਗ ਫਾਤਿਮਾ ਦੇ ਬੀਡੀ ਮੈਂਬਰ ਰਹੇ ਨੇ। ਜਦੋਂ ਬੀਡੀ 1965 ਚ ਠੀਕ ਹੈ, ਮੁਸਲਿਮ ਲੀਗ ਵੱਲੋਂ, ਜਦੋਂ ਕਿ ਉਦੋਂ ਬੀਡੀ ਮੈਂਬਰ ਇੱਕ MNA ਜਿਹਾ ਹਲਕਾ ਹੁੰਦਾ ਸੀ। ਅੱਛਾ ਜੀ, ਉਸ ਤੋਂ ਬਾਅਦ ਚੋਈ ਸ਼ੇਰ ਅਲੀ ਸਾਹਿਬ ਮੇਅਰ ਬਣੇ 80s ਚ, ਉਦੋਂ ਮੇਰੇ ਵਾਲਦ ਸਾਹਿਬ ਕੌਂਸਲਰ ਰਹੇ ਨੇ ਜੀ। ਅੱਛਾ ਜਦੋਂ ਕਿ ਇਹ ਮੁਸਲਿਮ ਲੀਗ ਮਸੂਫ ਉਦੋਂ ਮੁਸਲਿਮ ਲੀਗ ਨੂਨ ਦਾ ਹਿੱਸਾ ਹੀ ਨਹੀਂ ਸੀ ਹੁੰਦੇ, ਅੱਛਾ ਜਿਹੜੇ ਅੱਜ ਸਾਡੇ ਤੇ ਇਲਜ਼ਾਮ ਲਗਾ ਰਹੇ। ਫਿਰ ਅਮਰ ਸ਼ੇਰ ਅਲੀ ਸਾਹਿਬ ਮੇਅਰ ਬਣੇ, ਉਦੋਂ ਮੇਰੇ ਬੜੇ ਭਾਈ ਸ਼ੇਖ ਅਬਦੁਲ ਹਫੀਜ਼ ਸਾਹਿਬ ਕੌਂਸਲਰ ਸੀ। ਫਿਰ ਮੁਸ਼ਰਫ ਦੌਰ 'ਚ ਛੋਟਾ ਭਾਈ ਮੇਰਾ ਸ਼ੇਖ ਹਬੀਬੁਰ ਰਹਿਮਾਨ ਨਾਜ਼ਮ ਯੂਨੀਅਨ ਕੌਂਸਲ ਸੀ। ਠੀਕ ਹੈ, 2005 ਚ ਮੈਂ ਪਹਿਲਾ ਇਲੈਕਸ਼ਨ ਲੜਿਆ ਮੈਂਬਰ ਸਿਟੀ ਡਿਸਟ੍ਰਿਕਟ ਕੌਂਸਲ, ਪਹਿਲੇ ਮੈਂ ਮੁੰਤਖਬ ਹੋਇਆ ਜੀ ਠੀਕ ਹੈ, 2005 ਚ ਮੈਂ ਡਿਸਟ੍ਰਿਕਟ ਨਾਇਬ ਨਾਜ਼ਮ ਦਾ ਇਲੈਕਸ਼ਨ ਲੜਿਆ ਪਾਕਿਸਤਾਨ ਮੁਸਲਿਮ ਲੀਗ ਨੂਨ 2000। 1965 ਤੋਂ ਲੈ ਕੇ ਹੁਣ ਤੱਕ ਕੋਈ ਜਗ੍ਹਾ ਛੱਡੀ ਹੋਈ ਆ? ਹਾਂਜੀ, ਉਹ ਮਸੂਫ ਜੋ ਕਹਿ ਰਹੇ ਨੇ ਤੇ ਆਵਾਮ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ 2005 ਚ ਪਹਿਲਾ ਇਲੈਕਸ਼ਨ, ਬੜਾ ਇਲੈਕਸ਼ਨ ਜ਼ਿਲ੍ਹੇ ਦਾ, ਪੂਰੇ ਜ਼ਿਲ੍ਹਾ ਉੱਪਰ ਰਾਣਾ ਜ਼ਾਹਰ ਤਸੀਫ ਸਾਹਿਬ ਸੀ ਮੇਰੇ ਨਾਲ, ਨੀਚੇ ਮੈਂ ਸੀ ਜੀ ਉਹਨਾਂ ਦੇ ਨਾਇਬ ਨਾਜ਼ਮ ਡਿਸਟ੍ਰਿਕਟ। ਅੱਛਾ, ਜਦੋਂ ਰਾਣਾ ਤਸੀਰ ਸਾਹਿਬ? ਹਾਂਜੀ, ਓਕੇ। ਔਰ ਉਹ ਇਲੈਕਸ਼ਨ ਵਾਹਦ ਪੰਜਾਬ ਦਾ ਇਲੈਕਸ਼ਨ ਸੀ ਜਿਹੜਾ ਰਨ ਆਫ ਤੇ ਗਿਆ ਸੀ, ਔਰ ਫਸਟ ਸਟੈਂਡ ਉਹਦਾ ਜਿਹੜਾ ਨਹੀਂ ਹੋ ਸਕਿਆ ਸੀ ਫੈਸਲਾ, ਔਰ ਮੈਂ 1 ਵੋਟ ਤੋਂ ਲੂਜ਼ ਕੀਤਾ ਸੀ। 206 ਵੋਟ ਮੈਂ ਉਦੋਂ ਲਏ ਸੀ ਸਿਟੀ ਡਿਸਟ੍ਰਿਕਟ ਕੌਂਸਲ ਦੇ, 207 ਜਿੱਤਣਾ ਸੀ ਚਾਹੀਦੇ ਸੀ, 1 ਵੋਟ ਤੋਂ ਮੈਂ ਲੂਜ਼ ਕੀਤਾ ਸੀ। ਔਰ ਸਾਡੇ ਉੱਥੇ ਵੋਟ 17 ਸੀ ਸਿਰਫ ਜਮਾਤ ਦੇ। ਆਪਣਾ ਇੰਨੀ ਮੈਂ ਸਾਰੀ ਮੇਰੇ ਮੁਸਲਿਮ ਲੀਗੀ ਸਾਥੀਆਂ ਨੇ ਜ਼ਾਤੀ ਤਨਕੀਦ ਕਰਨਾ ਜਾਂ ਇਹਦੇ ਉੱਪਰ ਤਨਕੀਦ ਕਰਨਾ ਇਹ ਇੱਕ ਸਮਝ ਆਂਦੀ, ਲੇਕਿਨ ਇੱਕ ਉਹਨਾਂ ਨੇ ਨਾ ਇੱਕ ਵੇ ਸ਼ੇਰ ਪੜਿਆ ਵਾ, ਇਹ ਸ਼ੇਰ ਦਾ ਜਵਾਬ ਮੈਂ ਚਾਹਾਂਗਾ ਤੁਹਾਡੇ ਕੋਲ ਨਾ, ਉਹਨਾਂ ਦੀ ਗੱਲ ਹੀ ਆਪਾਂ ਸੁਣ ਲੈਂਦੇ ਹਾਂ। ਕਿਆ ਜਰਾ ਸੁਣ ਲੈਣਾ। पूरा शहर समझता है और हमारा हल्का भी समझता है कि चले पार्टी ने एक फैसला कर लिया। मैंने सरे तस्लीम खम किया, अपने घर के ऊपर प्रेस कॉन्फ्रेंस की, राना सनाउल्लाह होल्डर आए। शेख यूसुफ साहब के पास कौन सी ऐसी चीज थी कि वो आपको क्रॉस करके टिकट ले गए? आप तो प्रेसिडेंट थे सिटिंग। बस वो चीज अब जो है ना काफी कम ज़रफ़ों के पास आ चुकी है। किसी ने बड़ा खूबसूरत कहा था कि मैंने अपने इर्द गिर्द ऐसे अनगिनत दौलतमंद देखे हैं, ऐसे अनगिनत गरीब देखे हैं जिनके पास दौलत के अलावा कुछ नहीं। ਮੈਂ ਜੀ ਆਪਣੇ ਇਰਦ ਗਿਰਦ ਐਸੇ ਗਰੀਬ ਦੇਖੇ ਆ ਜਿਨ੍ਹਾਂ ਕੋਲੋਂ ਦੌਲਤ ਤੋਂ ਇਲਾਵਾ ਕੱਖ ਨਹੀਂ ਹੈਗਾ। ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਵਾ ਕਿ ਤੁਸੀਂ ਇੱਕ ਐਸੇ ਗਰੀਬ ਹੋ ਕਿ ਤੁਹਾਡੇ ਕੋਲ ਦੌਲਤ ਹੈਗੀ ਆ ਲੇਕਿਨ ਹੋਰ ਕੱਖ ਨਹੀਂ ਹੈਗਾ। ਇਹ ਦੱਸੋ ਹੁਣ ਤੁਹਾਡੇ ਕੋਲ ਕੀ ਨਹੀਂ ਹੈਗਾ? ਜੀ ਸਰ, ਮੈਂ ਪਹਿਲੇ ਅਗਰ ਇਜਾਜ਼ਤ ਦਿਓ ਤੇ ਜਿਹੜਾ ਤੁਸੀਂ ਪਹਿਲਾ ਨਾਨ ਪੋਲੀਟੀਕਲ ਸਟਾਫ ਵਾਲਾ ਮੈਂ ਮੁਕੰਮਲ ਥੋੜਾ ਉਹਨੂੰ ਮੁਕੰਮਲ ਕਰ ਲਾਂ ਜੀ ਕਿ ਮੈਂ ਫਿਰ ਸਰ 2005 ਜ਼ਿਲ੍ਹੇ ਨਾਇਬ ਨਾਜ਼ਮ ਦਾ ਸਰ ਇਲੈਕਸ਼ਨ ਲੜਿਆ। ਉਸ ਤੋਂ ਬਾਅਦ ਫਿਰ ਮੈਂ 2016 ਚ ਡਿਪਟੀ ਮੇਅਰ ਫੈਸਲਾਬਾਦ ਰਿਹਾ ਜੀ। ਮੈਂ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਸੀਨੀਅਰ ਨਾਇਬ ਸਦਰ ਸਿਟੀ ਹੈ ਜੀ। ਠੀਕ ਹੈ। ਔਰ ਜਿਸ ਤਰ੍ਹਾਂ ਇਹਨਾਂ ਦਾ ਨੋਟੀਫਿਕੇਸ਼ਨ ਹੋਇਆ ਸੀ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਮੇਰਾ ਵੀ ਉਸੇ ਤਰ੍ਹਾਂ ਨੋਟੀਫਿਕੇਸ਼ਨ ਦਿੱਤਾ। ਔਰ ਜਦੋਂ ਤਹਿਰੀਕ-ਏ ਨਜਾਤ ਦੇ ਵਿੱਚ ਜੇਲ੍ਹ ਭਰੋ ਤਹਿਰੀਕ ਹੋਈ, ਮੇਰੇ ਵਾਲਦ ਸਾਹਿਬ ਨੇ 70 ਸਾਲ ਦੀ ਉਮਰ ਦੇ ਵਿੱਚ ਜਿਹੜੀ ਜੇਲ੍ਹ ਕੱਟੀ ਸੀ, ਜਿਹਦੇ 'ਚ ਚੌਧਰੀ ਸ਼ੇਰ ਅਲੀ ਸਾਹਿਬ, ਮੀਆਂ ਅਬਦੁਲ ਮਨਾਨ ਸਾਹਿਬ ਵੀ ਸ਼ਾਮਲ ਸੀ ਉਹ ਜੇਲ੍ਹ ਦੇ ਅੰਦਰ। ਠੀਕ ਹੈ ਜੀ। ਔਰ 70 ਸਾਲ ਦੀ ਉਮਰ 'ਚ ਉਹਨਾਂ ਨੇ ਜੇਲ੍ਹ ਕੱਟੀ। ਚੌਧਰੀ ਸ਼ੇਰ ਅਲੀ ਸਾਹਿਬ ਬੈਠੇ ਨੇ, ਤੁਸੀਂ ਉਹਨਾਂ ਨੂੰ ਪੁੱਛ ਲਓ। ਬਹੁਤ ਸਾਰੇ ਸਾਡੇ ਮੁਸਲਿਮ ਲੀਗੀ ਸਾਥੀ ਉਦੋਂ ਮਾਫੀਨਾਮੇ ਲਿਖ ਕੇ ਦੇ ਰਹੇ ਸੀ ਤੇ ਬਾਹਰ ਆ ਰਹੇ ਸੀ। ਵਾਲਦ ਸਾਹਿਬ ਮੇਰੇ ਹਾਰਟ ਦੇ ਔਰ ਬਲੱਡ ਪ੍ਰੈਸ਼ਰ ਦੇ ਮਰੀਜ਼ ਸੀ ਜੀ। ਉਹਨਾਂ ਨੂੰ ਤਬੀਅਤ ਖਰਾਬ ਹੋਈ, ਡਾਕਟਰ ਆਇਆ, ਚੈੱਕ ਕੀਤਾ। ਸੁਪਰੀਡੈਂਟ ਜੇਲ੍ਹ ਨੇ ਵਾਲਦ ਸਾਹਿਬ ਨੂੰ ਕਿਹਾ ਜੀ ਤੁਸੀਂ ਬਾਬਾ ਜੀ ਇਹ ਲਿਖ ਕੇ ਦੇ ਦਿਓ, ਸਾਈਨ ਕਰ ਦਿਓ ਤੇ ਚਲੇ ਜਾਓ। ਉਹਨਾਂ ਨੇ ਕਿਹਾ ਜੀ ਮੈਂ ਤੇ ਕਿਸੇ ਕੀਮਤ ਤੇ ਲਿਖ ਕੇ ਨਹੀਂ ਦੇਣਾ। ਅੱਛਾ। ਸੁਪਰੀਡੈਂਟ ਜੇਲ੍ਹ ਨੇ ਚੌਧਰੀ ਸ਼ੇਰ ਅਲੀ ਸਾਹਿਬ ਨਾਲ ਗੱਲ ਕੀਤੀ। ਚੌਧਰੀ ਸ਼ੇਰ ਅਲੀ ਸਾਹਿਬ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਬਾਬਾ ਜੀ ਨੂੰ ਸਮਝਾਓ ਤੇ ਇਹ ਤਾਂ ਸਿਹਤ ਨਹੀਂ ਠੀਕ। ਉਦੋਂ ਅਨਵਰ ਅਲੀ ਖਾਂ ਬਲੋਚ ਸਾਰੇ ਉੱਥੋਂ ਅੰਦਰ ਸੀ ਜੇਲ੍ਹ ਦੇ ਅੰਦਰ, ਮੈਨੂੰ ਯਾਦ ਅੱਛੀ ਤਰ੍ਹਾਂ ਜੀ। ਰਾਤ ਇਕੱਠੇ ਬੈਠਦੇ ਸੀ, ਜਦੋਂ ਰਾਤ ਹੁੰਦੀ ਸੀ ਤੇ ਸਾਰੇ ਕੈਦੀ ਪੋਲੀਟੀਕਲ ਕੈਦੀ ਜਿੰਨੇ ਵੀ ਸੀ ਇਕੱਠੇ ਹੋ ਕੇ ਚੌਧਰੀ ਸਾਹਿਬ ਬੈਠਦੇ ਸੀ। ਤੇ ਚੌਧਰੀ ਸਾਹਿਬ ਨੇ ਵਾਲਦ ਸਾਹਿਬ ਨੂੰ ਕਿਹਾ ਜੀ ਕਿ ਹਾਜੀ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ, ਤੁਹਾਨੂੰ ਕੋਈ ਜਮਾਤ ਚੋਂ ਕੱਢਣ ਨਹੀਂ ਲੱਗਾ, ਤੁਸੀਂ ਇਹ ਲਿਖ ਕੇ ਦਿਓ। ਠੀਕ ਹੈ।
ਤੇ ਵਾਲਦ ਸਾਹਿਬ ਨੇ ਕਿਹਾ ਚੌਧਰੀ ਸਾਹਿਬ ਮੈਂ ਮੀਆਂ ਨਵਾਜ਼ ਸ਼ਰੀਫ ਨਾਲ ਗਰਦਾਰੀ ਨਹੀਂ ਕਰ ਸਕਦਾ ਤੇ ਮੈਨੂੰ ਮਰਨਾ ਕਬੂਲ ਹੈ ਤੇ ਮੈਂ ਲਿਖ ਕੇ ਨਹੀਂ ਦੇ ਸਕਦਾ। ਅੱਛਾ, ਯਾਨੀ ਕਿ ਇੰਨੀ ਲਾਇਲਟੀ ਸਾਡੀ ਜਮਾਤ ਦੇ ਨਾਲ। ਚੌਧਰੀ ਸ਼ੇਰ ਅਲੀ ਬੈਠਾ ਪੁੱਛ ਸਕਦੇ ਜੇ ਗੱਲ ਅਗਰ ਝੂਠ ਹੋਵੇ ਤੇ ਮੈਂ ਜ਼ਿੰਮੇਦਾਰ ਹਾਂ। ਇਹ ਤੇ ਸਰ ਇਹ ਗੱਲ ਹੈ ਨਾਨ ਪੋਲੀਟੀਕਲ ਸਟੱਫ ਦੀ। ਬਾਕੀ ਮਸੂਫ ਸਾਡੀ ਜਮਾਤ 'ਚ ਕਦੋਂ ਤਸ਼ਰੀਫ ਲਿਆਏ ਨੇ, ਪਹਿਲੇ ਜਮੀਅਤ ਦਾ ਹਿੱਸਾ ਹੁੰਦੇ ਸੀ ਇਹ ਤੇ ਉਦੋਂ ਨੂਨ ਲੀਗ ਜਾਂ ਮੁਸਲਿਮ ਲੀਗ 'ਚ ਆਏ ਹੀ ਨਹੀਂ। ਇਹ ਤੇ ਅੱਜ ਦੀ ਗੱਲ ਹੈ ਮੁਸਲਿਮ ਲੀਗ 'ਚ ਟਿਕਟ ਵਾਸਤੇ ਆਏ ਖਵਾਜਾ ਸਲਾਮ ਸਾਹਿਬ ਦੀ ਮਿਹਰਬਾਨੀ ਦੇ ਨਾਲ। ਦੂਸਰਾ ਤੁਸੀਂ ਫਰਮਾਇਆ ਜਿਹੜਾ ਕਿ ਇਹਨਾਂ ਨੇ ਕਿਹਾ ਇਹਨਾਂ ਦੇ ਕੋਲ ਕੁਛ ਨਹੀਂ, ਇਹ ਤੁਸੀਂ DDC ਦੀ ਮੀਟਿੰਗ 'ਚ ਦੇਖ ਲਿਆ ਕਿ ਜਿਹੜੀ ਇਹਨਾਂ ਨੇ ਉੱਥੇ ਇਹਨਾਂ ਦਾ ਰਵੱਈਆ ਸੀ, ਜੋ ਇਹਨਾਂ ਨੇ ਉੱਥੇ ਕੀਤਾ, ਇਹਦੇ ਨਾਲ ਕਿਹੜਾ ਜਮਾਤ 'ਚੋਂ, ਤਨਜ਼ੀਮ 'ਚੋਂ ਜਾਂ ਜਮਾਤ 'ਚੋਂ ਕੋਈ ਟਿਕਟ ਹੋਲਡਰ ਖੜਾ ਹੋਇਆ। ਇਹ ਇਹਨਾਂ ਦੇ ਸਵਾਲ ਦਾ ਜਵਾਬ ਇਹੀ ਹੈ। ਅੱਲਾ ਦਾ ਸ਼ੁਕਰ ਹੈ ਮੇਰੇ ਨਾਲ ਸਾਰੇ ਨੇ, ਮੇਰੇ ਨਾਲ ਪੂਰੀ ਜਮਾਤ ਖੜੀ ਹੈ ਔਰ ਸਭ ਨੂੰ ਇਸ ਗੱਲ ਦਾ ਦੁੱਖ ਆ ਜਿਹੜੇ ਇਹਨਾਂ ਨੇ ਤੋਹਮਤ ਲਗਾਈ ਲੀਡਰਸ਼ਿਪ ਦੇ ਉੱਪਰ ਔਰ ਜਿਹੜੇ ਇਹਨਾਂ ਨੇ ਗਲਤ ਅਲਫਾਜ਼ ਹਰ ਤਰ੍ਹਾਂ ਬੋਲੇ ਨੇ। ਨਹੀਂ ਸ਼ੇਖ ਸਾਹਿਬ, ਗਲਤ ਅਲਫਾਜ਼ ਬੋਲੇ ਆ, ਤੁਹਾਡੀ ਲੀਡਰਸ਼ਿਪ ਦੇ ਉੱਪਰ ਇਲਜ਼ਾਮਾਤ ਲਾਏ ਆ, ਕੀਤਾ ਕੱਖ ਵੀ ਨਹੀਂ। ਨਾ ਲੀਡਰਸ਼ਿਪ ਨੇ ਹਲੇ ਤੱਕ ਕੁਛ ਕੀਤਾ, ਨਾ ਤੁਸੀਂ ਕਿਤੇ ਇhtਜਾਜ ਰਿਕਾਰਡ ਕਰਵਾਇਆ। ਤੁਸੀਂ ਵੀ ਪਹਿਲੀ ਦਫਾ ਸਾਡੇ ਪਲੇਟਫਾਰਮ ਤੇ ਸਾਹਮਣੇ ਆ ਕੇ ਆਪਣਾ ਜਿਹੜਾ ਨੁਕਤਾ ਨਜ਼ਰ ਦੱਸਦੇ ਪਏ ਹੋ। ਕਿਹੜੀ ਐਸੀ ਵਜ੍ਹਾ ਸੀ ਕਿ ਸਾਰੇ ਲੋਕ ਜਿਹੜੇ ਆ ਚੁੱਪ ਕਰਕੇ ਬੈਠੇ ਹੋਏ ਆ? ਸਰ ਮੈਂ ਕਿਸੇ ਦਾ ਤਾਂ ਨਹੀਂ ਉਹ ਨਹੀਂ ਗੱਲ ਕਰ ਸਕਦਾ। ਮੈਂ ਤਾਂ ਸਮਝਦਾ ਕਿ ਹਰ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਕਾਰਕੁਨ, ਵਰਕਰ, ਰਹਿਨੁਮਾ, ਉਹਨੂੰ ਇਹਦਾ ਸਵਾਲ ਦਾ ਇਹਨਾਂ ਕੋਈ ਜਵਾਬ ਲੈਣਾ ਚਾਹੀਦਾ ਔਰ ਆਪਣਾ ਇhtਜਾਜ ਰਿਕਾਰਡ ਕਰਾਉਣਾ ਚਾਹੀਦਾ ਜਿਹੜਾ ਇਹਨੇ ਲੀਡਰਸ਼ਿਪ ਦੇ ਉੱਪਰ ਇਲਜ਼ਾਮ ਲਗਾਇਆ। ਮੇਰਾ ਤੇ ਬਿਲਕੁਲ ਇਹਦੇ ਤੇ ਕਲੀਅਰ ਵਰਜਨ ਹੈ। ਤੁਸੀਂ ਕੋਈ ਐਜ਼ ਏ ਸੀਨੀਅਰ ਨਾਇਬ ਸਦਰ ਮੁਸਲਿਮ ਲੀਗ ਨੂਨ ਕੋਈ ਜਿਹੜੀ ਤੁਹਾਡੀ ਕਮੇਟੀ ਆ ਜਾਂ ਰਾਣਾ ਸਨਾਉਲਾ ਸਾਹਿਬ ਨੂੰ ਕੋਈ ਰਿਟਰਨ ਜਾਂ ਅੱਜ ਟੈਲੀਫੋਨਿਕਲੀ ਦੱਸੋਗੇ ਕਿ ਇਹਦੇ ਖਿਲਾਫ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਵੇ? ਕੋਈ ਇਦਾਂ ਦਾ ਕੋਈ ਕੋਸ਼ਿਸ਼ ਕਰੋ? ਜੀ ਬਿਲਕੁਲ ਸਰ, ਮੈਂ ਲੀਡਰਸ਼ਿਪ ਨੂੰ ਵੀ ਰਿਕੁਐਸਟ ਕਰਾਂਗਾ, ਰਾਣਾ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਕਿਉਂਕਿ ਉਹੀ ਸਾਡੇ ਬੜੇ ਨੇ ਇੱਥੇ, ਤੇ ਬਿਲਕੁਲ ਕਰਾਂਗੇ ਜੀ। ਅੱਛਾ ਸ਼ੇਖ ਸਾਹਿਬ, ਇਹ ਦੱਸੋ ਕਿ ਜਿਹੜਾ ਇੱਕ ਬੜੀ ਵੱਡੀ ਗੱਲ ਕਰ ਦਿੱਤੀ ਗਈ ਆ ਉਹ ਕੰਮ ਜ਼ਰਫ ਫਲਾਂ ਟਿਕਲਾ ਕੇ ਤੁਹਾਡੇ ਕੋਲ ਪੈਸੇ ਤੋਂ ਇਲਾਵਾ ਬਾਕੀ ਕੱਖ ਵੀ ਨਹੀਂ ਹੈਗਾ, ਪੈਸਾ ਜ਼ਰੂਰ ਹੈਗਾ। ਇੱਕ ਤਾਂ ਇਹ ਦੱਸੋ ਕਿ ਪੈਸਾ ਕਿੱਥੋਂ ਆਇਆ ਤੇ ਕੀ ਕਰਦੇ ਰਹੇ ਤੁਸੀਂ? ਜੀ ਅੱਲਾ ਦਾ ਸ਼ੁਕਰ ਹੈ ਜੀ, ਮੈਂ 88 ਤੋਂ ਸ਼ਾਇਦ ਗਾਲਬਨ ਮੈਂ ਟੈਕਸ ਪੇਅਰ ਹਾਂ BR 'ਚ, ਰਿਕਾਰਡ ਮੌਜੂਦ ਹੈ। ਉਦੋਂ ਤੋਂ ਮੈਂ ਕਾਰੋਬਾਰ ਕਰ ਰਿਹਾ। 90 'ਚ ਮੈਂ ਪ੍ਰੈਕਟੀਕਲੀ ਖੁਦ ਬਿਜ਼ਨਸ 'ਚ ਆ ਗਿਆ ਸੀ। ਅੱਜ ਮੈਨੂੰ ਮਾਸ਼ਾਅੱਲਾ 36 ਸਾਲ ਹੋ ਗਏ ਨੇ ਜੀ। ਤੇ ਸਾਰੇ ਫੈਸਲਾਬਾਦ ਨੂੰ ਪਤਾ ਹੈ ਕਿ ਸਾਡੇ ਫੈਮਿਲੀ ਦੇ ਮੇਰੇ ਰਫਾਈ ਜਿਹੜੇ ਕੰਮ, ਅਸੀਂ ਰਫਾਈ ਕੰਮ ਕੀ ਕਰਦੇ ਹਾਂ ਔਰ ਉਹ ਵੀ ਅੱਲਾ ਦਾ ਸ਼ੁਕਰ ਆ ਕੋਈ ਹਜ਼ਾਰਾਂ 'ਚ ਨਹੀਂ ਕਰੋੜਾਂ 'ਚ ਅਸੀਂ ਕੀਤੇ ਨੇ ਜੀ। ਐਜੂਕੇਸ਼ਨ 'ਚ ਗਰੀਬ ਬੱਚਿਆਂ ਦੀਆਂ ਸ਼ਾਦੀਆਂ, ਇਲਾਜ, ਹਰ ਚੀਜ਼ ਅੱਲਾ ਦਾ ਸ਼ੁਕਰ ਆ। ਕੋਈ ਫੈਮਿਲੀ ਮੇਰੇ ਹਲਕੇ ਦੀ ਕੋਈ 125 ਫੈਮਿਲੀ ਹੈ, 150 ਜਿਨ੍ਹਾਂ ਨੂੰ ਮੈਂ ਮਹਾਨਾ ਵਜ਼ਾਇਫ ਵੀ ਦੇ ਰਿਹਾ। ਤੇ ਅੱਲਾ ਦਾ ਸ਼ੁਕਰ ਹੈ ਮੇਰੇ ਬਾਰੇ 'ਚ ਸਾਰੇ ਫੈਸਲਾਬਾਦ ਨੂੰ, ਪੂਰੇ ਆਲਮੋਸਟ ਪੰਜਾਬ 'ਚ ਮੈਂ ਸਮਝਦਾ ਮੇਰੀ ਪੋਜੀਸ਼ਨ ਸਭ ਨੂੰ ਪਤਾ ਹੈ ਔਰ ਅੱਲਾ ਦਾ ਸ਼ੁਕਰ ਹੈ। ਲੇਕਿਨ ਇਸ ਮਸੂਫ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਜਨਾਬ ਜਦੋਂ ਪਹਿਲੀ ਦਫਾ ਟਿਕਟ ਇਹਨਾਂ ਨੂੰ ਮਿਲੀ ਸੀ, ਇਹਨਾਂ ਦੇ ਵਾਲਦ ਸਾਹਿਬ ਕੀ ਕਰਦੇ ਸੀ ਔਰ ਇਹ ਕੀ ਕਰਦੇ ਸੀ, ਇਹਨਾਂ ਕੋਲ ਕੀ ਸੀ? ਨਹੀਂ ਬਸ ਮੈਂ ਸਰ ਇਹਨੂੰ ਜ਼ਿਆਦਾ ਨਹੀਂ, ਮੈਂ ਉਹਨਾਂ ਵਾਲਾ ਜੋ ਉਹਨਾਂ ਨੇ ਆਪਣੀ ਇੱਕ ਦਿਖਾਈ ਹੈ ਜ਼ਹਿਨੀਅਤ, ਮੈਂ ਉਹ ਐਸੀ ਗੱਲ ਨਹੀਂ ਕਰਨਾ ਚਾਹੁੰਦਾ। ਲੇਕਿਨ ਬਸ ਮੈਂ ਇੰਨਾ ਹੀ ਕਹਾਂਗਾ ਕਿ ਮੇਰੇ ਕੋਲ ਬਹੁਤ ਸਾਰੇ ਸਬੂਤ ਮੌਜੂਦ ਆ। ਚੇਅਰਮੈਨ FDA ਇਹ ਕੀ ਲੈਂਦੇ ਰਹੇ, ਕਿਹਦੇ ਕੋਲ ਲੈਂਦੇ ਰਹੇ, ਮੇਰੇ ਕੋਲ ਕੀ ਲਿਆ। ਜਦੋਂ ਮੁਸਲਿਮ ਲੀਗ ਹਸਪਤਾਲ ਕਲੋਨੀ ਇਹਨਾਂ ਨੇ ਬਣਾਇਆ ਸੀ ਉਦੋਂ ਮੇਰੇ ਕੋਲ ਮਹਾਨਾ ਕੀ ਲੈਂਦੇ ਰਹੇ ਨੇ। ਮੇਰੇ ਕੋਲ ਸਬੂਤਾਂ ਨਾਲ ਚੀਜ਼ਾਂ ਮੌਜੂਦ। ਪਤਾ ਕੀ ਆਪਾਂ ਚਲੋ ਦੂਸਰਿਆਂ ਦੀਆਂ ਗੱਲਾਂ ਤਾਂ ਨਹੀਂ ਕਰਦੇ ਕਿਉਂਕਿ ਤੁਸੀਂ ਵੀ ਪ੍ਰਾਪਰਟੀ ਦਾ ਕੰਮ ਕਰਦੇ ਹੋ, ਕਲੋਨੀਆਂ ਬਣਾਉਂਦੇ ਹੋ। FDA ਦੇ ਨਾਲ ਤੁਹਾਡਾ ਵੀ ਬੜਾ ਗੱਠ ਜੋੜ ਰਿਹਾ ਵਾ। ਤੇ ਜਦੋਂ FDA ਦੇ ਚੇਅਰਮੈਨ ਸੀ ਸ਼ੇਖ ਅਜਾਜ਼ ਸਾਹਿਬ, ਉਦੋਂ ਜ਼ਾਹਰੀ ਬਾਤ ਹੈ ਤੁਸੀਂ ਵੀ ਕਲੋਨੀਆਂ ਦੀ ਮੈਨੂੰ ਪਤਾ ਲੱਗਾ ਕਿ ਅਪਰੂਵਲ ਸ਼ੁਰੂ ਕਰਾਈ ਹੈ। ਉਹ ਤਾਂ ਪੈਸੇ ਸਾਨੂੰ ਦੱਸ ਦਿਓ, ਚਲੋ ਉਹ ਤਾਂ ਸਾਨੂੰ ਵੀ ਪਤਾ ਹੋਵੇ ਨਾ। ਕੋਈ ਸਰ ਨਹੀਂ ਐਸੀ ਮੈਂ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਂ ਇਹ ਕਹਾਂਗਾ ਕਿ ਜਿਹੜਾ ਅਸੀਂ ਲੜਾਈ ਜਿਹੜੀ ਮੈਂ ਸਮਝਦਾ ਜੀ ਇਹ ਮਾਮਲਾ ਤਾਂ ਸਾਡੀ ਜਮਾਤ ਅਸੀਂ ਵੀ ਨੁਕਸਾਨਦੇਹ ਆ। ਅਤੇ ਮੈਂ ਬਸ ਕਿਉਂਕਿ ਤੁਹਾਨੂੰ ਦੱਸਿਆ ਮੈਂ ਤਾਂ ਆਪਣੀ ਜ਼ਾਤ ਰੱਖ ਕੇ ਨਹੀਂ ਇਹ ਗੱਲ ਅੱਜ ਕਰ ਰਿਹਾ। ਮੈਂ ਸਿਰਫ ਔਰ ਸਿਰਫ ਮੇਰੀ ਕਿਆਦਤ 'ਤੇ ਜਿਹੜਾ ਇਹਨੇ ਇਲਜ਼ਾਮ ਲਗਾਇਆ ਹੈ, ਮੈਂ ਉਸ ਵਜ੍ਹਾ ਨਾਲ ਤੁਹਾਡੇ ਕੋਲ ਬੈਠਾ ਔਰ ਉਸ ਵਜ੍ਹਾ ਨਾਲ ਸਾਰੀ ਇਹ ਮੈਂ ਗੱਲ ਕਰ ਰਿਹਾ। ਵਰਨਾ ਮੇਰੇ ਤੇ 2 ਸਾਲਾਂ ਤੋਂ ਬੜਾ ਕੁਝ ਕਰ ਰਿਹਾ ਜੀ। ਜਿਹੜਾ ਮੁਸਲਿਮ ਲੀਗ ਹਾਊਸ ਬਟਾਲਾ ਕਲੋਨੀ ਬਣਾਇਆ ਸੀਗਾ, ਠੀਕ ਹੈ, ਉਹਦੇ ਵਿੱਚ ਵੀ ਤੁਸੀਂ ਫੰਡਿੰਗ ਇਹਨਾਂ ਨੂੰ ਦਿੰਦੇ ਰਹੇ? ਜੀ ਮੈਂ ਦੇਣਾ ਰਿਹਾ ਜੀ। ਉਹਦੇ 'ਚ ਵੀ
ਅਸੀਂ ਤੇ ਹਰ ਮੌਕੇ ਤੇ ਜੇ ਤੁਸੀਂ ਗੱਲਾਂ ਲੁਕੋ ਰਹੇ ਹੋ ਸਾਡੇ ਕੋਲੋਂ ਨਾ ਥੋੜੀਆਂ ਨਾ ਵਿੱਚੋਂ ਸਰ, ਕੋਈ ਦੱਸ ਨਹੀਂ ਰਹੇ ਕਿ ਕਿੰਨੇ ਪੈਸੇ ਦਿੱਤੇ ਮੈਂ ਤਾਂ ਜਿਹੜੇ ਸਰ ਸਿੰਪਲ ਮੁਖਤਸਰਨ ਗੱਲ ਕਹੀ ਹੈ ਕਿ ਤੁਸੀਂ ਲੱਗਦਾ ਸੁਲ੍ਹਾ ਕਰਨਾ ਚਾਹ ਰਹੇ ਹੋ ਵਿੱਚੋਂ ਮੁਖਤਸਰਨ ਮੇਰੀ ਸਰ ਉਹਨਾਂ ਨਾਲ ਕੋਈ ਲੜਾਈ ਨਹੀਂ, ਨਾ ਮੈਂ ਉਹਨਾਂ ਨਾਲ ਲੜਾਈ ਪਾਈ ਹੈ। ਅੱਜ ਲੜਾਈ ਮੇਰੀ ਸਿਰਫ ਇਹੀ ਹੈ ਜਿਹੜੀ ਮੇਰੀ ਲੀਡਰਸ਼ਿਪ ਤੇ ਇਹਨਾਂ ਨੇ ਇਲਜ਼ਾਮ ਲਗਾਇਆ। ਬਾਕੀ ਮੈਂ ਤੇ ਤੁਹਾਨੂੰ ਦੱਸਦਾ ਕਿ ਸਾਰੇ ਫੈਸਲਾਬਾਦ ਨੂੰ ਪਤਾ ਕਿ ਜਦੋਂ ਇਹ MPA ਬਣੇ ਨੇ, ਟਿਕਟ ਮਿਲੀ, ਉਦੋਂ ਇਹਨਾਂ ਦੀ ਫਾਈਨੈਂਸ਼ੀਅਲੀ ਪੋਜੀਸ਼ਨ ਕੀ ਸੀ, ਕਿੱਥੇ ਰਹਿੰਦੇ ਸੀ, ਤੇ ਅੱਜ ਕਿੱਥੇ ਰਹਿ ਰਹੇ, ਤੇ ਅੱਜ ਫਾਈਨੈਂਸ਼ੀਅਲੀ ਪੋਜੀਸ਼ਨ ਕੀ ਹੈ। ਇਹਦਾ ਜਵਾਬ ਤੇ ਆਵਾਮ ਨੂੰ ਖੁਦ ਹੀ ਪਤਾ ਵੀ, ਔਰ ਅਗਰ ਜਿਹੜਾ ਮੰਗਣਾ ਅੱਛਾ ਸ਼ੇਖ ਸਾਹਿਬ, ਇੱਕ ਹੋਰ ਉਹਦੇ ਵਿੱਚ ਗੱਲ ਹੈਗੀ ਹੈ ਕਿ ਜਿਹੜਾ ਤੁਹਾਡਾ ਹਲਕਾ ਵਾ, ਜਿੱਥੋਂ ਤੁਸੀਂ ਇਲੈਕਸ਼ਨ ਲੜਿਆ ਵਾ, ਤੁਹਾਡਾ ਹਲਕਾ ਵੀ ਤੁਹਾਨੂੰ ਐਕਸੈਪਟ ਨਹੀਂ ਕਰ ਰਿਹਾ। ਉਹਦੇ ਵਿੱਚ ਉਹਨਾਂ ਨੇ ਇਹ ਵੀ ਇੱਕ ਨਾ ਕੁਐਸਚਨ ਚੱਕਿਆ ਵਾ, ਇਹਦੇ ਬਾਰੇ 'ਚ ਕੀ ਕਹੋਗੇ? ਸਰ ਅੱਲਾ ਦਾ ਸ਼ੁਕਰ ਹੈ ਕਿ ਮੇਰਾ ਪਹਿਲਾ ਇਲੈਕਸ਼ਨ ਸੀ MPA ਦਾ, 40,000 ਵੋਟ ਮੈਂ ਲਿਆ, ਔਰ ਪੂਰੇ ਫੈਸਲਾਬਾਦ ਦੇ ਤੁਸੀਂ ਰਿਜ਼ਲਟ ਕੱਢ ਕੇ ਦੇਖ ਲਓ ਕਿ ਜਿਹੜੇ 2-2 3-3 ਦਫਾ MPAs ਵੀ ਰਹੇ ਨੇ, ਉਹਨਾਂ ਨੇ ਕਿੰਨੇ ਵੋਟ ਲਏ ਨੇ ਤੇ ਮੈਂ ਕਿੰਨੇ ਵੋਟ ਲਏ ਨੇ। ਕਿਉਂਕਿ ਇਸ ਦਫਾ PTI ਦਾ ਇੱਕ ਹਵਾ ਚੱਲੀ ਹੋਈ, ਚਲੋ ਹਵਾ ਚੱਲੀ ਸੀ, ਉਹਦੇ ਬਾਵਜੂਦ ਜਿਹੜੇ ਬੰਦੇ ਸਾਡੇ ਅੱਗੇ ਵੀ MPA ਰਹੇ ਨੇ, ਉਹਨਾਂ ਦੇ ਹਲਕੇ 'ਚ ਲੋਕਾਂ ਨੇ ਜਿਤਾਇਆ, ਪਸੰਦ ਕੀਤਾ, ਤੇ ਉਹਨਾਂ ਨੂੰ ਵੋਟ ਮਿਲਦੇ ਸੀ ਨਾ, ਜਿੱਤੇ ਵੀ ਤਾਦੀ ਸੀ ਨਾ ਜੀ। ਅਗਰ ਉਹਨਾਂ ਤੋਂ ਮੈਂ ਘੱਟ ਵੋਟ ਲਏ ਨੇ ਜਾਂ ਕੋਈ 2,000 ਵੱਧ ਆ, ਤੇ ਫਿਰ ਇਸ ਗੱਲ ਦਾ ਜਵਾਬ ਤੇ ਰਿਜ਼ਲਟ ਤੁਸੀਂ ਕਾਰਡ ਕੱਢ ਕੇ ਦੇਖ ਲਓ। ਜੀ ਸ਼ੇਖ ਸਾਹਿਬ, ਚਲੋ ਇਹ ਰੌਲਾ ਵੀ ਬਣ ਗਿਆ, ਸਾਰਾ ਕੁਝ ਹੋ ਗਿਆ, ਤੁਹਾਡੇ ਤੇ ਇਲਜ਼ਾਮਾਤ ਵੀ ਲੱਗ ਗਏ, ਤੁਸੀਂ ਉਹਨਾਂ ਦੇ ਜਵਾਬ ਵੀ ਦੇ ਦਿੱਤੇ। ਅਗਲਾ ਇਲੈਕਸ਼ਨ ਤੁਸੀਂ ਮੁਸਲਿਮ ਲੀਗ ਨੂਨ ਦੇ ਟਿਕਟ ਤੋਂ ਲੜੋਗੇ? ਕਿਆ ਤੁਹਾਨੂੰ ਉਮੀਦ ਹੈ ਕਿ ਇਸ ਸਾਰੀ ਸੂਰਤ ਹਾਲ ਤੋਂ ਬਾਅਦ ਵੀ ਤੁਹਾਨੂੰ ਮੁਸਲਿਮ ਲੀਗ ਨੂਨ ਟਿਕਟ ਦੇਗੀ? ਜੀ ਇਨਸ਼ਾਅੱਲਾ ਜੀ, ਬਿਲਕੁਲ। ਅਸੀਂ ਜਮਾਤ ਦੀ ਆਪਣੇ ਹਲਕੇ 'ਚ ਪੂਰੇ ਭਰਪੂਰ ਤਰੀਕੇ ਨਾਲ ਨੁਮਾਇੰਦਗੀ ਕਰ ਰਹੇ ਹਾਂ, ਮੈਂ ਪੂਰੇ ਤਰੀਕੇ ਨਾਲ ਆਵਾਮ ਦੀ ਖਿਦਮਤ ਕਰ ਰਿਹਾ ਜੀ। ਔਰ ਅੱਲਾ ਦਾ ਸ਼ੁਕਰ ਹੈ ਕਿ PP 114 'ਚ ਫੈਸਲਾਬਾਦ 'ਚ ਸਭ ਨਾਲੋਂ ਜ਼ਿਆਦਾ ਤਰੱਕੀਆਤੀ ਡਿਵੈਲਪਮੈਂਟ ਦਾ ਫੰਡ ਮੈਂ ਲੈ ਕੇ ਆਇਆ। ਅੱਛਾ, ਇਹ ਰਾਣਾ ਸਨਾਉਲਾ ਸਾਹਿਬ ਦੀ ਮਿਹਰਬਾਨੀ ਨਾਲ, ਕਿਆਦਤ ਦੀ ਮਿਹਰਬਾਨੀ ਨਾਲ ਤਕਰੀਬਨ 2.25 ਅਰਬ ਰੁਪਇਆ ਮੇਰੇ ਹਲਕੇ 'ਚ ਆਇਆ ਜੀ। ਇਹ ਜਦੋਂ ਮਸੂਫ MPA ਰਹੇ ਨੇ, ਸ਼ਾਇਦ ਪੂਰੇ 5 ਸਾਲਾਂ 'ਚ ਇੰਨੇ ਪੈਸੇ ਨਹੀਂ ਲਿਆ ਸਕੇ। ਮੈਂ ਤਾਂ 2 ਸਾਲਾਂ 'ਚ ਇੰਨੇ ਪੈਸੇ ਲਿਆ ਕੇ ਹਲਕੇ 'ਚ ਲਗਾ ਦਿੱਤੇ ਨੇ, ਜਿਹਦੇ 'ਚ ਤਕਰੀਬਨ 114 ਕਰੋੜ ਰੁਪਇਆ ਮਿੱਠੇ ਪਾਣੀ ਔਰ ਸੀਵਰੇਜ ਦਾ ਆਇਆ ਜੀ। 96 ਕਰੋੜ ਰੁਪਏ ਦੇ ਮੈਂ ਸੜਕਾਂ ਦੇ ਕੰਮ ਜਿਹੜੇ ਟੈਂਡਰ ਹੋ ਗਏ ਨੇ ਜਾਂ ਕੰਮ ਹੋ ਗਏ ਨੇ ਉਹ ਨੇ। 10.5 ਕਰੋੜ ਦੇ ਹੁਣ ਮੈਂ ਕੰਮ ਦਿੱਤੇ ਨੇ। ਇਹ ਮੇਰਾ ਤਕਰੀਬਨ ਜਿਹੜਾ ਨਾ ਜੀ 2.25 ਅਰਬ ਰੁਪਇਆ ਬਣਦਾ। ਇਹ ਹਲਕੇ ਦੀ ਜਿਹੜੀ ਆਵਾਮ ਦੀ ਖਿਦਮਤ, ਸਾਡਾ ਪਾਰਟੀ ਮਨਸ਼ੂਰ ਦੇ ਮੁਤਾਬਕ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਵਿਜ਼ਨ ਦੇ ਮੁਤਾਬਕ, मोहतरमा मरीम साहबा ਦੇ ਵਿਜ਼ਨ ਦੇ ਮੁਤਾਬਕ, ਸ਼ਬਾਜ਼ ਸਾਹਿਬ ਦੇ ਵਿਜ਼ਨ ਦੇ ਮੁਤਾਬਕ ਅਸੀਂ ਹਲਕੇ ਦੀ ਖਿਦਮਤ ਕਰ ਰਹੇ ਹਾਂ। ਅੱਛਾ ਸ਼ੇਖ ਸਾਹਿਬ, ਲੜਾਈ DC ਫੈਸਲਾਬਾਦ ਦੀ ਸ਼ੇਖ ਅਜਾਜ਼ ਸਾਹਿਬ ਦੀ ਆਪਸ ਹੋਈ, ਸਾਰੀ ਲੜਾਈ ਲਿਆ ਕੇ ਤੁਹਾਡੇ ਗੱਲ 'ਚ ਪਾ ਦਿੱਤੀ ਗਈ, ਕੀ ਕਹੋਗੇ ਇੱਥੇ? ਸਰ ਮਜ਼ਾ ਲੈ ਰਹੇ ਹੋ? ਨਹੀਂ ਸਰ, ਮੈਂ ਤੇ ਸਰ ਦੇਖੋ ਉਸ ਲੜਾਈ ਦਾ ਹਿੱਸਾ ਹੀ ਨਹੀਂ ਸੀ। ਨਹੀਂ ਪੈ ਤਾਂ ਗਈ ਨਾ, ਹੁਣ ਗੱਲ ਢੋਲ ਕੇ ਇਹਨੂੰ ਵਜਾਣਾ ਤਾਂ ਪੈਣਾ। ਉਸ ਦਿਨ DDC ਦੀ ਮੀਟਿੰਗ 'ਚ ਵੀ ਨਹੀਂ ਸੀ, ਨਾ ਉਹਦਾ ਮੈਂ ਹਿੱਸਾ ਸੀ ਕਿ ਮੈਂ ਕੋਈ ਸ਼ੇਖ ਅਜਾਜ਼ ਸਾਹਿਬ ਦੀ ਲੜਾਈ ਕਰਾਈ ਹੋਵੇ। ਇਹਨਾਂ ਦੀ ਆਪਣੀ ਹੀ ਇੱਕ ਸੀ। ਇਹਨਾਂ ਨੂੰ ਮੈਂ ਸਮਝਦਾ ਕਿ ਅਸੀਂ ਉੱਥੇ ਜਿਹੜੀ ਵੀ ਗੱਲਾਂ ਜਾਂ ਹਰ ਦੂਸਰਾ DDC ਦੀ ਮੀਟਿੰਗ 'ਚ ਲੜਾਈ ਦੂਸਰੀ ਦਫਾ ਹੋਈ ਹੈ। ਅਸੀਂ ਜਦੋਂ ਬੰਦਾ ਇੱਕ ਅਬਜ਼ਰਵਰ ਦੇ ਤੌਰ ਤੇ ਜਾਵੇ ਤੇ ਸਿਰਫ ਉਹਨਾਂ ਨੂੰ ਰਾਈਟ ਹੀ ਨਹੀਂ ਕਿ ਉੱਥੇ ਜਾ ਕੇ ਕੋਈ ਐਸੀ ਗੱਲਾਂ ਕਰਨ, ਕਿਉਂਕਿ ਮੈਂਬਰ ਹੀ ਨਹੀਂ ਹੈ। ਇਹ ਅਬਜ਼ਰਵਰ ਨੇ ਜੀ ਸਰ, ਰਾਣਾ ਸਨਾਉਲਾ ਸਾਹਿਬ ਨੇ ਜਿਹੜਾ ਨਾ ਜਿਨ੍ਹਾਂ ਨੂੰ ਉਹਨਾਂ ਦੇ ਕਹਿਣ ਤੇ ਬੈਠ ਰਹੇ ਸੀ, ਇਹ ਨਾ ਪਹਿਲੇ DDC ਦੇ ਮੈਂਬਰ ਸੀ ਨਾ ਹੁਣ DDC ਦੇ ਮੈਂਬਰ। ਅੱਛਾ, ਮੈਂਬਰ ਹੈ ਹੀ ਨਹੀਂ ਸੀ? ਨਹੀਂ ਸਰ, ਕਤਨ ਕਦੀ ਮੈਂਬਰ ਨਹੀਂ ਰਹੇ DDC ਦੇ। ਹਾਂਜੀ, ਤੇ ਫਿਰ ਇਹ ਕਿੱਦਾਂ, ਮਤਲਬ ਹਰ ਵਾਰੀ ਬਸ ਉਹ ਰਾਣਾ ਸਾਹਿਬ ਸਾਡੇ ਕੋਲ ਬੜੇ ਨੇ, ਕਾਇਦ ਨੇ, ਉਹਨਾਂ ਨੇ ਹੁਕਮ ਦੇ ਮੁਤਾਬਕ ਇਹ ਬੈਠ ਰਹੇ ਸੀ। ਤੁਸੀਂ ਮੈਂਬਰ ਹੋ? ਜੀ ਸਰ, ਸਾਰੇ ਟਿਕਟ ਹੋਲਡਰ ਮੈਂਬਰ ਨੇ ਜੀ, MNA MP ਔਰ ਟਿਕਟ ਹੋਲਡਰ ਸਿਰਫ ਉਹੀ ਮੈਂਬਰ ਨੇ। ਠੀਕ ਹੈ। ਤੇ ਇਹ ਫਿਰ ਐਜ਼ ਏ ਅਬਜ਼ਰਵਰ ਜਦੋਂ ਜਾਂਦੇ ਨੇ ਤੇ ਫਿਰ ਉੱਥੇ ਮੇਰਾ ਖਿਆਲ ਹੈ ਕਿ ਜਿਹੜਾ ਬਾਕੀ ਮੈਂਬਰਾਂ ਨੂੰ ਬੋਲਣਾ ਤਾਂ ਉਹਨਾਂ ਦਾ ਹੁੰਦਾ, ਅਬਜ਼ਰਵਰ ਤਾਂ ਬੋਲ ਹੀ ਨਹੀਂ ਸਕਦਾ। ਹਾਂਜੀ ਸਰ। ਸ਼ੇਖ ਸਾਹਿਬ, ਸ਼ੇਖ ਅਜਾਜ਼ ਸਾਹਿਬ ਨੇ ਆਪਣੇ ਉਸ ਇੰਟਰਵਿਊ ਦੇ ਵਿੱਚ ਦੱਸਿਆ ਵਾ ਕਿ ਜਦੋਂ ਕਿਆਦਤ ਨੇ ਕਿਹਾ ਜੇ ਟਿਕਟ ਸ਼ੇਖ ਯੂਸਫ ਸਾਹਿਬ ਨੂੰ ਦੇਣਾ ਵਾ, ਮੈਂ ਆਪਣੇ ਘਰ ਬੁਲਾ ਕੇ ਸਾਰੇ ਟਿਕਟ ਹੋਲਡਰ ਰਾਣਾ ਸਨਾਉਲਾ ਸਾਹਿਬ ਨੂੰ ਬੁਲਾ ਕੇ ਤੇ ਇਹਨਾਂ ਦੀ ਹਮਾਇਤ ਦਾ ਐਲਾਨ ਕੀਤਾ। ਸਾਨੂੰ ਤਾਂ ਨਹੀਂ ਲੱਗਦਾ ਅੱਜ ਵਾਲੀ ਸੂਰਤ ਹਾਲ ਤੋਂ ਕਿ ਇਹਨਾਂ ਨੇ ਹਮਾਇਤ ਕੀਤੀ ਹੋਣੀ ਹੈ। ਤੁਸੀਂ ਇਹ ਗੱਲ ਦੱਸੋ ਕਿ ਉਦੋਂ ਤੁਹਾਨੂੰ ਵੋਟ, ਸਪੋਰਟ, ਕਮਾਲ ਮਲਤਰ ਪਿੱਛੇ ਤੁਹਾਡੇ ਲਾਇਆ ਕਿ ਬਸ ਸਿਰਫ ਇਦਾਂ ਹੀ ਸੀ? ਜੀ ਬਿਲਕੁਲ, ਜਿਹੜਾ ਇਹਨਾਂ ਨੇ ਨਾ ਜੀ ਆਪਣੇ ਇਸ ਹੱਦ ਤੱਕ ਸੱਚਾਈ ਹੈ ਕਿ ਲੀਡਰਸ਼ਿਪ ਨੂੰ ਦਿਖਾਉਣ ਵਾਸਤੇ ਇਹਨਾਂ ਨੇ ਇੱਕ ਘਰ ਫੰਕਸ਼ਨ ਜ਼ਰੂਰ ਕੀਤਾ ਸੀ। ਲੇਕਿਨ ਤੁਸੀਂ ਦੇਖੋ, ਸਿਟੀ ਦਾ ਸਦਰ ਇੱਕ ਬੰਦਾ,
ਔਰ ਉਹ 17 ਦਿਨ ਬਾਅਦ ਮੇਰੀ ਹਮਾਇਤ ਦਾ ਐਲਾਨ ਕਰ ਰਿਹਾ। 17 ਦਿਨ ਪਹਿਲੇ ਕੀ ਕਰ ਰਹੇ ਸੀ ਉਹ? ਅੱਛਾ ਪਹਿਲੇ 17 ਦਿਨ ਅੱਜ ਵੀ ਇਹਨਾਂ ਦੇ ਲੈਫਟ ਰਾਈਟ, ਇਹਨਾਂ ਦੀ ਫੇਸਬੁੱਕ ਕੱਢ ਕੇ ਦੇਖ ਲਓ, ਜਿਹੜੇ ਇਹਨਾਂ ਦੇ ਨਾਲ ਸਾਰੀਆਂ ਪੋਸਟਾਂ ਲਗਾ ਦਿੰਦੇ ਆ, ਬੜਾ ਕੁਝ ਕਰਦੇ ਇਹਨਾਂ ਦੇ ਨਾਲ। ਉਹ ਸਭ ਪੀਟੀਆਈ ਦੇ ਨਾਲ ਚੜੇ ਸੀ। ਇਹਨਾਂ ਨੇ ਪੂਰੇ ਬੰਦੇ ਪਹਿਲੇ ਸਾਰੇ ਪੀਟੀਆਈ ਦੇ ਨਾਲ ਚੜਾ ਕੇ, ਤੇ ਉਸ ਤੋਂ ਬਾਅਦ ਸਿਰਫ ਐਵੇਂ ਪੰਜਾਬੀ ਦੀ ਸ਼ੇਖ ਸਾਹਿਬ ਮਿਸਾਲ। ਇੱਕ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ ਆਪਣੇ ਸਿਟੀ ਸਦਰ ਦੇ ਉੱਪਰ ਕਿ ਉਹਨੇ ਪੀਟੀਆਈ ਦੀ ਸਪੋਰਟ ਕੀਤੀ ਹੋਈ ਹੈ। ਮੈਂ ਸਰ ਇਲਜ਼ਾਮ ਨਹੀਂ ਲਾ ਰਿਹਾ। ਜੋ ਮੈਂ ਕਹਿ ਰਿਹਾ ਉਹ ਜਲਸਿਆਂ 'ਚ ਮੌਜੂਦ ਹੈ। ਉਹ ਬੰਦੇ ਜਿਹੜੇ ਅੱਜ ਇਹਨਾਂ ਦੇ ਨਾਲ ਰਾਈਟ ਔਰ ਲੈਫਟ ਨੇ, ਉਹਨਾਂ ਦੇ ਜਲਸੇ ਕਰਾਉਂਦੇ ਰਹੇ ਨੇ, ਉਹਨਾਂ ਦੀਆਂ ਮੀਟਿੰਗਾਂ ਕਰਾਉਂਦੇ ਰਹੇ। ਮੈਂ ਤੇ ਗੱਲ ਇਲਜ਼ਾਮ ਵਾਲੀ ਕਰਦਾ ਹੀ ਨਹੀਂ, ਨਾ ਮੈਨੂੰ ਆਦਤ ਐਸੀ। 17 ਦਿਨ ਬਾਅਦ ਸਾਰੀ ਟੀਮ ਇਹਨਾਂ ਨੇ ਆਪਣੀ ਚਾੜ ਕੇ ਤੇ ਮੇਰਾ ਐਲਾਨ ਕਰ ਦਿੱਤਾ। ਤੇ ਬਾਕੀ ਇਹਨਾਂ ਦਾ ਸਕਾ ਭਤੀਜਾ, ਸਕਾ ਭਾਂਜਾ ਜਾਂ ਭਤੀਜਾ ਮੇਰੀ ਮੁਖਾਲਫਤ ਕਰ ਰਿਹਾ ਸੀ ਹਲਕੇ 'ਚ, ਕੱਲੇ ਕੱਲੇ ਜਗ੍ਹਾ ਤੇ ਜਾ ਰਿਹਾ ਸੀ। ਮੈਂ ਸ਼ੇਖ ਅਜਾਜ਼ ਸਾਹਿਬ ਨਾਲ ਗੱਲ ਕੀਤੀ। ਮੈਂ ਕਿਹਾ ਸ਼ੇਖ ਸਾਹਿਬ ਤੁਹਾਡਾ ਭਾਂਜਾ ਮੇਰੇ ਨਾਲ ਆ ਕਰ ਰਿਹਾ। ਉਹ ਕਹਿੰਦੇ ਦੇਖੋ ਜੀ ਫੈਮਿਲੀ 'ਚ ਜਿਹੜਾ ਨਾ ਜਨਾਬ ਹੁੰਦਾ ਹੀ ਹੈ, ਉਹ ਫਿਰ ਉਹਨੂੰ ਦੋਖਾ ਵਾਰੀ ਮੇਰੀ ਆਹ ਟਿਕਟ ਖੋਏਗੀ। ਮੈਂ ਕਿਹਾ ਸ਼ੇਖ ਸਾਹਿਬ ਇਹ ਤਾਂ ਜ਼ਿਆਦਤੀ ਹੈ ਕਿ ਤੁਹਾਡਾ ਭਾਂਜਾ ਮੇਰੀ ਮੁਖਾਲਫਤ ਕਰ ਰਿਹਾ ਉੱਪਰਲੀ ਹਲਕੇ ਦੇ ਵਿੱਚ ਜਾ ਜਾ ਕੇ, ਤੇ ਤੁਸੀਂ ਕਹਿੰਦੇ ਜੀ ਤੁਹਾਨੂੰ ਟਿਕਟ ਨਹੀਂ ਮਿਲੀ। ਤੇ ਫਿਰ ਚਲੋ ਐਂਡ ਤੇ ਹੋਲੀ ਜਿਹਨੇ ਸਾਨੂੰ ਕੰਨ 'ਚ ਹੀ ਭਾਵੇਂ ਦੱਸ ਦਿਓ ਕਿ ਕਿਹੜੀ ਐਸੀ ਗਿੱਦੜ ਸਿੰਘੀ ਸੀ ਜਿਹਦੇ ਨਾਲ ਟਿਕਟ ਤੁਹਾਨੂੰ ਮਿਲ ਗਈ ਤੇ ਕੋ ਖੋਈ ਗਈ। ਮੇਰੀ ਸਰ ਸਿਰਫ ਇਹੀ ਗਿੱਦੜ ਸਿੰਘੀ ਸੀ। ਆਪਣੀ ਜਮਾਤ ਨਾਲ ਸਾਡੀ ਓਨੈਸਟੀ ਮੈਂ ਤੁਹਾਨੂੰ ਦੱਸਿਆ, ਆਪਣੇ ਵਾਲਦ ਸਾਹਿਬ ਦੀ ਵੀ, ਸਾਡੀ ਵੀ, ਪੂਰੀ ਫੈਮਿਲੀ ਦੀ। ਅੱਲਾ ਦਾ ਸ਼ੁਕਰ ਹੈ ਕਦੀ ਜਮਾਤ ਨਹੀਂ ਬਦਲੀ। ਪਦੈਸ਼ੀ ਮੁਸਲਿਮ ਲੀਗੀ ਹੈ। ਔਰ 2008 ਨੂੰ ਮੈਨੂੰ ਪਹਿਲਾ ਟਿਕਟ ਮਿਲਿਆ ਸੀ। ਅੱਲਾ ਦਾ ਸ਼ੁਕਰ ਹੈ ਅੱਜ ਮੈਂ ਪਹਿਲੀ ਦਫਾ ਮੈਨੂੰ ਟਿਕਟ ਨਹੀਂ ਮਿਲਿਆ ਕਿ ਮੈਂ ਫਸਟ ਟਾਈਮ ਇੱਥੇ ਹਲਕੇ 'ਚ ਆਇਆ। 13 'ਚ ਵੀ ਮੈਨੂੰ ਟਿਕਟ ਮਿਲਿਆ। 18 'ਚ ਮੈਂ ਡਿਪਟੀ ਮੇਅਰ ਸੀ, ਉਦੋਂ ਮੈਂ ਇਲੈਕਸ਼ਨ ਕੰਟੈਸਟ ਨਹੀਂ ਸੀ ਕੀਤਾ। 24 'ਚ ਦਿੱਤਾ। ਫਿਰ ਲੀਡਰਸ਼ਿਪ ਨੇ, ਅਸੀਂ ਜਮਾਤ ਦੇ ਨਾਲ ਖੜੇ ਰਹੇ ਹਾਂ। ਮੈਨੂੰ ਟਿਕਟ ਨਹੀਂ ਮਿਲਿਆ ਅਸੀਂ ਜਮਾਤ ਨਾਲ ਇਹ ਵਾਲੀ ਇਲਜ਼ਾਮ ਤਰਾਸ਼ੀਆਂ ਨਹੀਂ ਕੀਤੀਆਂ। ਅੱਜ ਤੱਕ ਖੜੇ ਹਾਂ ਔਰ ਇਨਸ਼ਾਅੱਲਾ ਖੜੇ ਰਹਾਂਗੇ। ਸਾਡੀ ਜਮਾਤ ਸਾਨੂੰ ਕੋਈ ਵੀ ਅਹੁਦਾ ਨਾ ਦੇ, ਕੁਛ ਵੀ ਨਾ ਦੇ, ਅਸੀਂ ਜਮਾਤ ਦੇ ਨਾਲ ਖੜੇ। ਡਿਪਟੀ ਮੇਅਰ ਬਣਿਆ, ਤੁਹਾਨੂੰ ਪਤਾ ਉਦੋਂ ਵੀ ਮੈਂ ਮੇਅਰ ਦਾ ਕੈਂਡੀਡੇਟ ਸੀ। ਪੂਰੀ ਕੰਪੇਨ ਮੈਂ ਮੇਅਰ ਦੀ ਕੀਤੀ ਸੀ। ਲੀਡਰਸ਼ਿਪ ਨੇ, ਰਾਣਾ ਸਨਾਉਲਾ ਸਾਹਿਬ ਨੇ ਔਰ ਹਮਜ਼ਾ ਸਾਹਿਬ ਨੇ ਕਿਹਾ ਯੂਸਫ ਤੁਸੀਂ ਜਿਹੜਾ ਡਿਪਟੀ ਮੇਅਰ ਲੜਨਾ ਹੈ। ਮੈਂ ਉੱਥੇ ਮਾਡਲ ਟਾਊਨ ਰਿਕੁਐਸਟ ਕੀਤੀ। ਮੈਂ ਕਿਹਾ ਜੀ ਮੈਂ ਆਪਣੇ ਗਰੁੱਪ 'ਚ ਕਿਹਾ ਸੀ ਕਿ ਮੇਰਾ ਗਰੁੱਪ ਵੱਲੋਂ ਤੁਸੀਂ ਫਿਰ ਚਲੋ ਮੇਰੇ ਕਿਸੇ ਨੂੰ ਡਿਪਟੀ ਮੇਅਰ ਬਣਾ ਦਿਓ, ਮੈਂ ਫਿਰ ਜੋ ਤੁਹਾਡਾ ਹੁਕਮ ਆ ਨਾਲ ਜਮਾਤ ਦੇ ਖੜਾ। ਤੇ ਲੇਕਿਨ ਜਦੋਂ ਕਿਆਦਤ ਦਾ ਰਾਣਾ ਸਾਹਿਬ ਦਾ ਕਿ ਨਹੀਂ ਜੀ ਤੁਸੀਂ ਹੀ ਲੜਨਾ ਹੈ, ਤੇ ਮੈਂ ਲੜਿਆ ਇਲੈਕਸ਼ਨ ਡਿਪਟੀ ਮੇਅਰ ਦਾ। ਮੈਂ ਇਹ ਤਾਂ ਨਹੀਂ ਕੀਤਾ ਕਿ ਮੈਂ ਜਮਾਤ ਦੀ ਮੁਖਾਲਫਤ ਕਰਨ ਤੁਰ ਪਿਆ ਕਿ ਮੈਨੂੰ ਮੇਅਰ ਦਾ ਕੈਂਡੀਡੇਟ ਸੀ ਤੇ ਮੈਂ ਕੰਪੇਨ ਵੀ ਕਰ ਲਈ, ਸਾਰਾ ਕੁਝ ਕਰ ਲਿਆ। ਨਹੀਂ, ਤੇ ਇਹ ਇੱਕ ਲਾਇਲਟੀ ਹੈ ਸਰ ਜਮਾਤ ਦੇ ਨਾਲ, ਗੱਲਾਂ ਨਾਲ ਨਹੀਂ ਕਰਕੇ ਅਮਲੀ। ਪਾਰਟੀ ਸਾਨੂੰ ਟਿਕਟ ਦੇਵੇ, ਕੋਈ ਅਹੁਦਾ ਦੇਵੇ ਨਾ ਦੇਵੇ, ਅਸੀਂ ਆਪਣੀ ਪਾਰਟੀ ਦੇ ਨਾਲ ਖਲੋਤੇ ਹਾਂ। ਇਹ ਕਹਿਣਾ ਜੀ ਸ਼ੇਖ ਯੂਸਫ ਸਾਹਿਬ ਦਾ। ਤੇ ਅਸੀਂ ਸ਼ੇਖ ਅਜਾਜ਼ ਸਾਹਿਬ ਨੂੰ ਬਿਲਕੁਲ ਕਲੀਅਰ ਕਵਾਂਗੇ ਕਿ ਸਾਡਾ ਪਲੇਟਫਾਰਮ ਹਾਜ਼ਰ ਆ। ਅਗਰ ਤੁਸੀਂ ਇਹਨਾਂ ਦੀ ਗੱਲ ਦੇ ਵਿੱਚ ਕਿਸੇ ਵੀ ਸ਼ੈ ਦਾ ਜਵਾਬ ਦੇਣ ਚਾਹੋ ਤੇ ਅਸੀਂ 24 ਘੰਟੇ ਹਾਜ਼ਰ ਹਾਂ। ਬਹੁਤ ਸ਼ੁਕਰੀਆ।